ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਜੋ ਪੰਜਾਬ ਭਰ ਦੇ ਵਿੱਚ ਜਾਂ ਭਾਰਤ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਉਸ ਦੀ ਅਸੀਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਜੀ ਖੰਗੂੜਾ ਤੇ ਪਰਿਵਾਰ ਸੈਨੋਜ਼ੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ, ਗੁਰਦੀਪ ਸਿੰਘ ਵਿਰਦੀ ਕਲੋਵਸ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਦੇ ਪਰਿਵਾਰ ਸੀਰਜ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨਾ ਤੋਂ, ਸੁਰਿੰਦਰ ਸਿੰਘ ਕਾਲੋਂ ਰੰਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮਡਸਟੋ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ, ਦਲਵੀਰ ਸਿੰਘ ਗਿੱਲ ਲਾਈਵ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਤੇ ਬਲਤੇਜ ਪੰਨੂ ਜੀ ਕੱਲ ਵੀ ਆਪਾਂ ਇਹ ਪਹਿਲੀ ਖਬਰ ਹੀ ਕੀਤੀ ਸੀ JNU ਦੀ, ਤੇ ਉਸ ਦਾ ਜਿਹੜਾ ਵਿਵਾਦ ਆ ਉਹ ਹੋਰ ਭਖ ਚੁੱਕਾ ਹੈ। ਕੱਲ ਐਕਚੁਅਲੀ ਜਦੋਂ ਜਿਹੜਾ ਵਿਦਿਆਰਥੀ ਨੇਤਾ ਹੈ ਜੀ ਉਹਨੂੰ ਪੇਸ਼ ਕੀਤਾ ਗਿਆ ਅਦਾਲਤ ਦੇ ਵਿੱਚ, ਤੇ ਉੱਥੇ ਬੜਾ ਕੁਝ ਜਿਹੜਾ ਜੀ ਅਦਾਲਤ ਦੇ ਬਾਹਰ ਵੀ ਹੋਇਆ ਤੇ ਅੰਦਰ ਵੀ ਜਿਹੜਾ ਜੀ ਉਹ ਹੋਇਆ। ਬਾਹਰ ਜਿਹੜੇ ਵਕੀਲ ਸੀਗੇ ਕੁਛ, ਉਹਨਾਂ ਨੇ ਇੱਕ ਮੀਡੀਆ ਵਾਲੇ ਦੀ ਕੁੱਟਮਾਰ ਕਰਤੀ ਜੀ। ਉਹਦੇ ਵਿੱਚ ਇੱਕ BJP ਦਾ ਜਿਹੜਾ ਜੀ ਦੱਸਿਆ ਗਿਆ MLA ਵੀ ਸ਼ਾਮਲ ਸੀਗਾ ਜੀ, ਜਿਹਨੇ ਕਿ ਇਹ ਕੁੱਟਮਾਰ ਦੇ ਵਿੱਚ ਪਾਰਟੀਸਪੇਟ ਜਿਹੜਾ ਸੀਗਾ ਉਹ ਕੀਤਾ। ਔਰ ਇਸ ਤੋਂ ਇਲਾਵਾ ਜਦੋਂ ਜਿਹੜਾ ਜੀ ਇਹਨੂੰ ਪੇਸ਼ ਕੀਤਾ ਗਿਆ, ਉਦੋਂ ਬਹੁਤ ਵੱਡੀ ਭੀੜ ਜਿਹੜੀ ਸੀਗੀ ਉਹ ਅਦਾਲਤ ਦੇ ਵਿੱਚ ਆ ਗਈ। ਫਿਰ ਜਿਹੜਾ ਸੀਗਾ ਕੁਝ ਘੰਟੇ ਦੇ ਵਾਸਤੇ ਇਹਨੂੰ ਪਾਸੇ ਕਰ ਦਿੱਤਾ ਗਿਆ। ਸਵਾਲ ਜਿਹੜਾ ਕੱਲ ਵੀ ਆਪਾਂ ਉਠਾਇਆ ਸੀਗਾ ਕਿ ਰਾਜਨਾਥ ਸਿੰਘ ਹੋਰਾਂ ਨੇ ਜਿਹੜਾ ਬਿਆਨ ਦੇ ਦਿੱਤਾ ਸੀਗਾ ਕਿ ਲਸ਼ਕਰ-ਏ-ਤਾਇਬਾ ਦੇ ਨਾਲ ਉਹਦੇ ਸੰਬੰਧ ਨੇ। ਦੂਜੇ ਪਾਸੇ ਜਿਹੜੇ ਦਿੱਲੀ ਪੁਲਿਸ ਦੇ ਮੁਖੀ ਨੇ ਉਹ ਇਹ ਕਹੀ ਜਾਂਦੇ ਨੇ ਕਿ ਇੱਦਾਂ ਦਾ ਕੁਝ ਨਹੀਂ ਲੱਭਿਆ ਜਿਹੜਾ ਇਹ ਸਿੱਧ ਕਰਦਾ ਹੋਵੇ ਕਿ ਉਹਦੇ ਸੰਬੰਧ ਡਾਇਰੈਕਟ ਕੋਈ ਜੁੜਦੇ ਨੇ। ਇੱਕ ਜਿਹੜਾ ਟਵੀਟ ਆ ਉਹਦੇ ਤੋਂ ਤਾਂ ਇਹ ਨਹੀਂ ਕਿਹਾ ਜਾ ਸਕਦਾ, ਔਰ ਇਹ ਵੀ ਨਹੀਂ ਪਤਾ ਕਿ ਉਹ ਟਵਿੱਟਰ ਜਿਹੜਾ ਅਕਾਊਂਟ ਹੈ, ਜਿਹੜਾ ਟਵੀਟ ਹੈ, ਉਹ ਕਿਹਨੇ ਕੀਤਾ। ਕਿਸੇ ਨੇ ਉਂਝ ਵੀ ਜਿਹੜਾ ਜੀ ਉਹ ਕੀਤਾ ਹੋ ਸਕਦਾ। ਜਿਹੜਾ ਸਭ ਤੋਂ ਵੱਡੀ ਗੱਲ ਜਿਹੜੀ ਚੱਲ ਰਹੀ ਹੈ ਉਹ ਇਹ ਕਿ ਜਿਹੜੇ ਵਿਦਿਅਕ ਅਦਾਰੇ ਨੇ ਉਹਨਾਂ ਦੇ ਵਿੱਚ ਜਿਹੜੀ ਸਿਆਸੀ ਧਿਰ ਹੈ, ਜਿਹੜੀ ਸੱਤਾ ਦੇ ਉੱਤੇ ਕਾਬਜ਼ ਹੈ ਸੈਂਟਰ ਦੇ ਵਿੱਚ, ਉਹਦੀ ਜਿਸ ਕਿਸਮ ਦੀ ਇਹ ਘੁਸਪੈਠ ਹੋ ਰਹੀ ਹੈ, ਇਹ ਜਿਹੜੇ 5 ਰਾਜਾਂ ਦੇ ਵਿੱਚ ਚੋਣਾਂ ਹੋਣੀਆਂ ਨੇ ਵਿਧਾਨ ਸਭਾ ਦੀਆਂ, ਇਹ ਕਿਹਾ ਜਾ ਰਿਹਾ ਕਿ ਉਹਨੂੰ ਲੈ ਕੇ ਜਾਣ ਬੁੱਝ ਕੇ ਇਹਨੂੰ ਜਿਹੜੀ ਹੈ ਜੀ ਉਹ ਹਵਾ ਦਿੱਤੀ ਜਾ ਰਹੀ ਹੈ ਇਸ ਸਭ ਕਾਸੇ ਨੂੰ। ਜਿਹੜਾ ਦੇਸ਼ ਧਰੋਹੀ ਦਾ ਕੇਸ ਉਹਦੇ ਉੱਤੇ ਦਰਜ ਕਰ ਦਿੱਤਾ ਗਿਆ ਜੀ, ਜਿਹੜੇ ਵਿਦਿਆਰਥੀ ਦੇ ਕਨਈਆ ਕੁਮਾਰ ਦੇ ਉੱਤੇ, ਉਹ ਕਈ ਸਵਾਲ ਜਿਹੜੇ ਆ ਜੀ ਉਹ ਖੜੇ ਕਰ ਰਿਹਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਵੀ ਜਿਹੜਾ ਜੀ ਇਹਦੇ ਬਾਰੇ ਇਹ ਕਿਹਾ ਕਿ ਇਹਦੀ ਜਾਣਬੀਣ ਹੋਣੀ ਚਾਹੀਦੀ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਨੂੰ ਤੱਤ ਭੜੱਥੀ ਏਡਾ ਵੱਡਾ ਬਿਆਨ ਦੇਣ ਦੀ ਕੀ ਲੋੜ ਸੀਗੀ ਕਿ ਲਸ਼ਕਰ-ਏ-ਤੋਇਬਾ ਦੇ ਨਾਲ ਤਾਰ ਜਿਹੜੇ ਆ ਉਹ ਜੁੜਦੇ ਆ। ਇਹ ਉਸ ਕਿਸਮ ਦਾ ਹੀ ਬਿਆਨ ਸੀਗਾ ਜੀ ਕਿ ਇੱਕ ਤੇਜ਼ੀ ਵਿਖਾਉਂਦੇ ਨੇ ਦਵਾ ਟਵੀਟ ਕਰਨ ਦੀ, ਦਵਾ ਬਿਆਨ ਦੇਣ ਦੀ। ਜਦੋਂ ਪਠਾਨਕੋਟ ਤੇ ਹਮਲਾ ਹੋਇਆ ਸੀਗਾ ਤੇ ਉਦੋਂ ਵੀ ਸਭ ਨੂੰ ਪਤਾ ਕਿ ਇੱਕਦਮ ਕਿਵੇਂ ਬਿਆਨ ਜਿਹੜੇ ਸੀਗੇ ਉਹ ਇਹਨਾਂ ਲੀਡਰਾਂ ਦੇ ਆ ਗਏ ਸੀਗੇ, ਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਤਾਂ ਜਿਹੜਾ ਮੁਕਾਬਲਾ ਸੀਗਾ ਜੀ ਉਹ 48 ਘੰਟੇ ਤੱਕ ਹੋਰ ਚੱਲਦਾ ਰਿਹਾ ਇਹਨਾਂ ਦੇ ਜਿਹੜਾ ਸੀਗਾ ਉਹ ਟਵੀਟ ਤੋਂ ਬਾਅਦ। ਤੋ ਇਹ ਕਿਸਮ ਦੇ ਨਾਲ ਹੋਰ ਜੀ ਜਿਹੜੀ ਇਹਨਾਂ ਦੀ ਉਹ ਲੱਗ ਜਾਂਦੀ ਹੈ। ਔਰ ਇਹ ਮਾਮਲਾ ਇਸ ਵੇਲੇ ਸਮੁੱਚੇ ਮੁਲਕ ਦੇ ਵਿੱਚ ਜਿਹੜਾ ਜੀ ਉਹ ਭਖ ਰਿਹਾ, ਔਰ ਜਿਹੜੇ ਵਿਦਿਆਰਥੀ ਵਰਗ ਹੈ ਉਹ ਕਾਫੀ ਰੋਸ ਦੇ ਵਿੱਚ ਹੈ ਜੀ ਇਸ ਸਭ ਕਾਸੇ ਤੋਂ। ਬਿਲਕੁਲ ਜੀ, ਸੈਂਟਰ ਸਰਕਾਰ ਦਾ ਟਵੀਟ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਕਲੀਨ ਚਿੱਟ ਆ ਬੜੇ ਮਸ਼ਹੂਰ ਆ ਭਾਰਤ ਦੇ ਵਿੱਚ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਅਮਰਿੰਦਰ ਸਿੰਘ ਦੀ, ਮਸਲੇ ਭਖਾਉਣ ਲਈ ਜਾਂ ਅਖਬਾਰਾਂ ਵਿੱਚ ਰਹਿਣ ਲਈ ਆਪ ਤੇ ਹਮਲਾ ਬੋਲਿਆ। ਬਿਲਕੁਲ ਜੀ, ਇਹ ਤੁਸੀਂ ਕਹਿ ਲਓ ਕਿ ਸ਼ਾਇਦ ਜਿਹੜੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਫੇਰੀ ਆ ਉਹ ਕਿਤੇ ਨਾ ਕਿਤੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨੂੰ ਸਾਹਮਣੇ ਰੱਖ ਕੇ ਜਿਹੜਾ ਨਿਸ਼ਾਨੇ ਆ ਜੀ ਉਹ ਲਾ ਰਹੇ ਨੇ। ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਵਾਰੀ ਫੇਰ ਜਿਹੜਾ ਜੀ ਉਹ ਨਿਸ਼ਾਨਾ ਜਿਹੜਾ ਉਹ ਸਿੱਧਾ ਲਾਇਆ। ਉਹਨਾਂ ਨੇ ਇੱਥੋਂ ਤੱਕ ਕਿਹਾ ਜੀ ਕਿ ਜਿਹੜੀ ਆਮ ਆਦਮੀ ਪਾਰਟੀ ਆ ਇਹ ਖਾਲਿਸਤਾਨੀਆਂ ਤੇ ਨਕਸਲਾਈਟਾਂ ਜਿਹੜੀਆਂ ਜੀ ਉਹਨਾਂ ਦਾ ਇੱਕ ਗੱਠਜੋੜ ਆ। ਔਰ ਉਹਨਾਂ ਨੇ ਇਹ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਉਹ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਕਰਨਾ ਚਾਹੁੰਦੀ ਹੈ। ਪੋਸਟਰ ਵਾਲੇ ਮਾਮਲੇ ਦੇ ਉੱਤੇ ਉਹ ਗੱਲ ਕਰ ਰਹੇ ਸਨ, ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਹੈ ਕਿ ਪੋਸਟਰ ਦੇ ਵਿੱਚ ਸਾਡਾ ਹੱਥ ਹੈ ਤੇ ਉਹ FIR ਜਿਹੜੀ ਹੈ ਜੀ ਉਹ ਦਰਜ ਕਰਵਾ ਦੇਣ। ਸੋ ਇਸ ਕਿਸਮ ਦਾ ਉਹਨਾਂ ਨੇ ਜਿਹੜਾ ਜੀ ਚੈਲੰਜ ਜਿਹੜਾ ਕੀਤਾ। ਜੇ ਦੂਜੇ ਪਾਸੇ ਤੋਂ ਤਾਂ ਇਹਦੇ ਉੱਤੇ ਕੋਈ ਬਹੁਤਾ ਜਿਹੜਾ ਜਵਾਬ ਨਹੀਂ ਆਇਆ ਜੀ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਜਿਹੜੀ ਆਖੀ ਹੈ ਜੀ ਕਿ ਆਮ ਆਦਮੀ ਪਾਰਟੀ ਦਾ ਕੋਈ ਆਧਾਰ ਪੰਜਾਬ ਦੇ ਵਿੱਚ ਨਹੀਂ ਹੈਗਾ। ਉਹ ਸਿਰਫ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਕਰਕੇ ਪੰਜਾਬ ਦੀਆਂ ਚੋਣਾਂ ਦੇ ਵਿੱਚ ਜਿਹੜਾ ਜੀ ਉਹ ਆਉਣਾ ਚਾਹੁੰਦੀ ਹੈ। ਸਵਾਲ ਇਹ ਅਜੇ ਆਧਾਰ ਨਹੀਂ ਹੈਗਾ
ਤੇ ਫਿਰ ਹਰ ਵੇਲੇ ਜਿਹੜਾ ਜੀ ਉਹ ਉਹਨਾਂ ਦੇ ਉੱਤੇ ਹੀ ਨਿਸ਼ਾਨਾ ਉਹ ਕਿਉਂ ਲਾਉਂਦੇ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ। ਸ਼ਾਇਦ ਕਿਤੇ ਨਾ ਕਿਤੇ ਇਹ ਲੱਗ ਰਿਹਾ ਹੈ ਕਿ ਜਿਹੜੀ 23 ਤਰੀਕ ਤੋਂ ਫੇਰੀ ਸ਼ੁਰੂ ਹੋ ਰਹੀ ਹੈ ਅਰਵਿੰਦ ਕੇਜਰੀਵਾਲ ਹੋਰਾਂ ਦੀ 27 ਤੱਕ ਉਹ ਪੰਜਾਬ ਦੇ ਵਿੱਚ ਰਹਿਣਗੇ, ਉਦੋਂ ਪਹਿਲਾਂ ਜਿਹੜਾ ਜੀ ਵੱਧ ਤੋਂ ਵੱਧ ਜਿਹੜੀ ਕਾਂਗਰਸ ਹੈ ਖਾਸ ਤੌਰ ਦੇ ਉੱਤੇ ਉਹ ਇਸ ਮਾਮਲੇ ਦੇ ਉੱਤੇ ਘੇਰਨ ਦਾ ਯਤਨ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਨੂੰ ਇਸ ਪੋਸਟਰ ਦੇ ਰੂਪ ਦੇ ਵਿੱਚ ਜਿਹੜਾ ਉਹ ਕਰ ਸਕਦੀ ਹੈ। ਉਂਝ ਵੈਸੇ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਜਿਹੜਾ ਕਿਹਾ ਸੀਗਾ ਕਿ ਉਹਨਾਂ ਨੇ ਘੇਰਨਾ ਜੀ ਇੱਥੇ ਬਾਰਡਰ ਦੇ ਉੱਤੇ ਜਾ ਕੇ ਪੰਜਾਬ ਹਰਿਆਣਾ ਦੇ, ਕਿ ਉਹਦੀ ਤਿਆਰੀ ਉਹਨਾਂ ਨੇ ਕਿੰਨੀ ਕੀਤੀ ਹੈ ਜੀ? ਬਿਲਕੁਲ ਜੀ, ਟ੍ਰੇਨ ਨੂੰ ਖੜੀ ਕਰਾਉਣਗੇ ਕਿਉਂਕਿ ਉਹ ਟ੍ਰੇਨ ਦੇ ਰਾਹੀਂ ਹੀ ਆਉਂਦੇ ਆ ਤੇ ਉਸ ਦਾ ਪ੍ਰਬੰਧ ਕਰਨ ਕਿ ਕਿਸ ਤਰ੍ਹਾਂ ਖੜੀ ਕਰਨੀ ਆ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਅਕਾਲੀ ਭਾਜਪਾ ਦਾ ਇੱਕ ਗੱਠਜੋੜ ਲਈ ਮੁੜ ਕੇ ਇਹਨਾਂ ਦੀ ਮੀਟਿੰਗ ਹੋਣੀ ਸੀ, ਉਸ ਦਾ ਕੀ ਬਣਿਆ? ਚੁੱਪ ਕੀਤੀ ਮੀਟਿੰਗ ਜਿਹੜੀ ਹੈ ਜੀ ਇਹ ਹੋਈ ਹੈ ਦਿੱਲੀ ਦੇ ਵਿੱਚ, ਔਰ ਦਿੱਲੀ ਦੇ ਵਿੱਚ ਹੋਈ ਇਸ ਮੀਟਿੰਗ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਗਏ, ਬੀਜੇਪੀ ਦੇ ਪ੍ਰਧਾਨ ਕਮਲ ਸ਼ਰਮਾ ਹੋਰੀ ਗਏ। ਇਹ ਮੀਟਿੰਗ ਜਿਹੜੀ ਹੈ ਜੀ ਭਾਰਤ ਦੇ ਜਿਹੜੇ ਵਿੱਤ ਮੰਤਰੀ ਨੇ ਅਰੁਣ ਜੇਤਲੀ ਹੋਰਾਂ ਦੇ ਘਰ ਦੇ ਵਿੱਚ ਜਿਹੜੀ ਉਹ ਹੋਈ ਜੀ, ਔਰ ਇਹ ਤੋਂ ਪਹਿਲਾਂ ਅਮਿਤ ਸ਼ਾਹ ਹੋਰਾਂ ਨੇ ਸੱਦਿਆ ਸੀਗਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ। ਉਹਦੇ ਤੋਂ ਬਾਅਦ ਜਿਹੜਾ ਬਿਆਨ ਇਹ ਆਇਆ ਸੀਗਾ ਜੀ ਕਿ ਗੱਠਜੋੜ ਜਿਹੜਾ ਉਸੇ ਤਰੀਕੇ ਦੇ ਨਾਲ ਜਾਰੀ ਰਹੂਗਾ। ਸਵਾਲ ਇੱਥੇ ਥੋੜਾ ਜਿਹਾ ਇਹ ਖੜਾ ਹੋਇਆ ਹੈ ਕਿ ਜਿਹੜੀ ਹਾਈ ਕਮਾਂਡ ਹੈ ਜਿਹੜੀ ਬੀਜੇਪੀ ਦੀ, ਉਹ ਇਹ ਕਹਿੰਦੀ ਹੈ ਕਿ ਜਿਹੜਾ ਗੱਠਜੋੜ ਉਸੇ ਤਰੀਕੇ ਨਾਲ ਕਾਇਮ ਰਹੂਗਾ, ਉੱਦਾਂ ਹੀ ਜਿਹੜੀ ਪੰਜਾਬ ਦੀਆਂ ਚੋਣਾਂ 2017 ਦੀਆਂ ਲੜੀਆਂ ਜਾਣਗੀਆਂ, ਜਦੋਂ ਕਿ ਪੰਜਾਬ ਦੇ ਵਿੱਚ ਜਿਹੜਾ ਇੱਕ ਧੜਾ ਹੈ ਵੱਡਾ, ਉਹ ਇਹ ਕਹਿੰਦਾ ਜੀ ਕਿ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਕਰਨਾ, ਜੇ ਕਰਨਾ ਤਾਂ ਸੀਟਾਂ ਜਿਹੜੀਆਂ ਜੀ ਉਹ ਵੱਧ ਹੋਣੀਆਂ ਚਾਹੀਦੀਆਂ ਨੇ। ਇਹਨੂੰ ਲੈ ਕੇ ਸ਼ਾਇਦ ਇਹ ਜਿਹੜੀ ਮੀਟਿੰਗ ਸੀਗੀ ਇਹਦਾ ਕੁਝ ਦੱਸਿਆ ਨਹੀਂ ਗਿਆ। ਜਦੋਂ ਮੀਟਿੰਗ ਦਾ ਪਤਾ ਜਿਹੜਾ ਸੀਗਾ ਉਹ ਲੱਗਿਆ ਮੀਡੀਆ ਨੂੰ, ਤੇ ਮੀਡੀਆ ਦੇ ਕੁਝ ਜਿਹੜੇ ਲੋਕ ਸਨ ਉਹ ਜ਼ਰੂਰ ਸਾਹਮਣੇ ਗਏ, ਪਰ ਜਵਾਬ ਕਿਸੇ ਕੋਲੇ ਬਹੁਤਾ ਹੈ ਨਹੀਂ ਸੀਗਾ। ਸੁਖਬੀਰ ਸਿੰਘ ਬਾਦਲ ਉਹਨਾਂ ਨੇ ਤਾਂ ਕੋਈ ਜਵਾਬ ਨਹੀਂ ਦਿੱਤਾ। ਜਿਹੜੇ ਬੀਜੇਪੀ ਦੇ ਕੁਝ ਆਗੂ ਸੀਗੇ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਮੀਟਿੰਗ ਜਿਹੜੀ ਹੋਈ ਆ, ਮੀਟਿੰਗ ਜਿਹੜੀ ਅਜੇ ਹੋਊਗੀ, ਅਗਲੀ ਜਿਹੜੀ ਮੀਟਿੰਗ ਆ ਉਹ ਚੰਡੀਗੜ੍ਹ ਦੇ ਵਿੱਚ ਜਿਹੜੀ ਆ ਉਹ ਰੱਖੀ ਜਾ ਰਹੀ ਹੈ ਕਿ ਇੱਥੇ ਜਿਹੜਾ ਫੈਸਲਾ ਹੈ ਉਹ ਲਿਆ ਜਾਊਗਾ। ਇਹ ਕਿਹਾ ਜਾ ਰਿਹਾ ਜੀ ਕਿ ਬੀਜੇਪੀ ਜਿਹੜੀ ਆ ਉਹ ਕੁਝ ਕੰਡੀਸ਼ਨਾਂ ਲਾਉਣਾ ਚਾਹੁੰਦੀ ਆ ਅਕਾਲੀ ਦਲ ਦੇ ਉੱਤੇ। ਖਾਸ ਤੌਰ ਦੇ ਉੱਤੇ ਇਹ ਕਿਹਾ ਜਾ ਰਿਹਾ ਜੀ ਕਿ ਜਿੰਨਾ ਸਮਾਂ ਰਹਿੰਦਾ ਉਹਦੇ ਦੌਰਾਨ ਜਿਹੜੇ ਉਹਨਾਂ ਦੇ ਮੰਤਰੀ ਨੇ ਬੀਜੇਪੀ ਦੇ, ਉਹਨਾਂ ਨੂੰ ਖੁੱਲ੍ਹ ਕੇ ਜਿਹੜਾ ਉਹ ਕੰਮ ਕਰਨ ਦਿੱਤਾ ਜਾਵੇ। ਹੁਣ ਖੁੱਲ੍ਹ ਕੇ ਕੰਮ ਕਰਨ ਦਾ ਮਤਲਬ ਕੀ ਹੈ, ਇਹ ਕੋਈ ਬਹੁਤਾ ਜਿਹੜਾ ਜੀ ਉਹ ਸਪਸ਼ਟ ਨਹੀਂ ਹੋ ਰਿਹਾ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਧੜਾ ਵਿਰੋਧ ਕਰ ਰਿਹਾ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਨਵਜੋਤ ਕੌਰ ਸਿੱਧੂ ਹੋਰੀ ਵੀ ਸ਼ਾਮਲ ਨੇ, ਇਹਦੇ ਵਿੱਚ ਜੋਸ਼ੀ ਹੋਰਾਂ ਦਾ ਧੜਾ ਜਿਹੜਾ ਜੀ ਉਹ ਵੀ ਸ਼ਾਮਲ ਹੈ ਕਿ ਉਹਨਾਂ ਨੂੰ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹਨਾਂ ਦਾ ਟਿਕਟ ਕਾ ਜਿਹੜਾ ਜੀ ਉਹ ਕਰਵਾਇਆ ਜਾ ਸਕੇ। ਜੇ ਉਹ ਪਾਰਟੀ ਦੇ ਵਿੱਚ ਨਹੀਂ ਰਹਿੰਦੇ, ਖਾਸ ਤੌਰ ਤੇ ਨਵਜੋਤ ਕੌਰ ਸਿੱਧੂ ਹੋਰੀ, ਤਾਂ ਫਿਰ ਜਿਹੜਾ ਜੀ ਇਹਦਾ ਕੀ ਕੀਤਾ ਜਾਵੇ, ਇਹ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਲੱਗਿਆ ਹੋਇਆ। ਕੁਝ ਸੂਤਰ ਜਿਹੜੇ ਨੇ ਉਹ ਇਹ ਵੀ ਦੱਸਦੇ ਨੇ ਕਿ ਜੇ ਨਵਜੋਤ ਸਿੰਘ ਸਿੱਧੂ ਹੋਰੀ ਪਾਰਟੀ ਸ਼ਾਇਦ ਹੋ ਸਕਦਾ ਨਾ ਛੱਡਣ, ਪਰ ਨਵਜੋਤ ਕੌਰ ਜਿਹੜੀ ਹੈ ਜੀ ਉਹ ਪਾਰਟੀ ਛੱਡ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਦੌਰਾਨ। ਬਹੁਤਾ ਲੰਮਾ ਚੌੜਾ ਨਹੀਂ ਹੋਊਗਾ। ਉਹਦਾ ਰੀਜ਼ਨ ਜਿਹੜੇ ਦੀ ਕੁਝ ਦੱਸੇ ਜਾ ਰਹੇ ਨੇ, ਔਰ ਇਸੇ ਮਹੀਨੇ ਦੇ ਵਿੱਚ ਜਿਹੜਾ ਜੀ ਇਹ ਤੋੜ ਵਿਛੋੜਾ ਬੀਜੇਪੀ ਤੋਂ ਨਵਜੋਤ ਕੌਰ ਸਿੱਧੂ ਹੋਰੀ ਜਿਹੜਾ ਜੀ ਉਹ ਕਰ ਸਕਦੇ ਨੇ। ਉਹ ਕਿੱਧਰ ਜਾਣਗੇ ਸਾਰਿਆਂ ਨੂੰ ਪਤਾ ਹੀ ਹੈ ਜੀ, ਜਿਹੜੇ ਉਹਨਾਂ ਦੇ ਬਿਆਨ ਆਉਂਦੇ ਰਹੇ ਨੇ ਪਿਛਲੇ ਦਿਨਾਂ ਨੂੰ। ਜੀ ਜੀ ਬਿਲਕੁਲ ਤਿਆਰੀ ਉਹਨਾਂ ਦੀ। ਤੇ ਅੱਗੇ ਆਪਾਂ ਕਰਦੇ ਹਾਂ ਜੀ, ਇੱਕ ਹੋਰ ਗੱਲ ਆਈ ਹੈ ਕਿ ਹਿਮਾਚਲ ਤੇ ਪੰਜਾਬ ਦੀ ਪੁਲਿਸ ਆ ਇਹ ਨਸ਼ਾ ਸਮਗਲਰਾਂ ਨੂੰ ਮਿਲ ਕੇ ਰੋਕੂਗੀ। ਜੀ ਐਕਚੁਅਲੀ ਇਹ ਜਿਹੜੇ ਆ ਜੀ ਦੋਵੇਂ ਬੈਠੇ ਤਾਂ ਹੈਗੇ ਨੇ, ਕਿਉਂਕਿ ਇਸ ਵੇਲੇ ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਹਿਮਾਚਲ ਆ ਉਹ ਕਿਉਂਕਿ ਟੂਰਿਸਟ ਪਲੇਸ ਹੈ, ਤੇ ਜਿਹੜੇ ਨਸ਼ੇ ਵੇਚਣ ਵਾਲੇ ਨੇ ਜੀ ਉਹਨਾਂ ਨੇ ਰੁਖ ਇਸ ਪਾਸੇ ਵੱਲ ਨੂੰ ਕੀਤਾ ਕਿ ਇੱਕ ਨਸ਼ਿਆਂ ਦੀ ਵੱਡੀ ਮਾਰਕੀਟ ਜਿਹੜੀ ਹੈ ਜੀ ਉਹਦੇ ਵਜੋਂ ਉੱਭਰ ਰਿਹਾ ਹਿਮਾਚਲ ਪ੍ਰਦੇਸ਼। ਜੋ ਟੂਰਿਸਟ ਜਾਂਦੇ ਨੇ ਤੇ ਨਿਰਸੰਦੇਹ ਉੱਥੇ ਇਹ ਵੀ ਸਮਾਨ ਜਿਹੜਾ ਜੀ ਜਾਂਦਾ, ਔਰ ਇਹ ਕਿਹਾ ਜਾ ਰਿਹਾ ਜੀ ਕਿ ਪੰਜਾਬ ਦੇ ਵਿੱਚੋਂ ਜਿਹੜੀ ਜੀ ਇਹ ਸਪਲਾਈ ਹੁੰਦੀ ਹੈ ਹਿਮਾਚਲ ਪ੍ਰਦੇਸ਼ ਨੂੰ। ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੇ ਕੁਝ ਪਿੰਡ ਨੇ, ਉਹ ਪਿੰਡਾਂ ਵਾਲੇ ਜਿਹੜੇ ਨੇ ਉਹ ਇਹ ਦੱਸਦੇ ਨੇ ਪੁਲਿਸ ਨੂੰ ਪਿਛਲੇ ਕਾਫੀ ਲੰਮੇ ਸਮੇਂ ਤੋਂ ਕਿ ਤਸਕਰ ਜਿਹੜੇ ਨੇ ਉਹ ਇੱਥੋਂ ਆਉਂਦੇ ਨੇ, ਔਰ ਉਹਨਾਂ ਨੇ ਇਹ ਜਿਹੜੇ ਸਰਹੱਦ ਵਾਲੇ ਪਿੰਡ ਨੇ ਇਹਨਾਂ ਦੇ ਨੌਜਵਾਨਾਂ ਨੂੰ ਜਿਹੜਾ ਜੀ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਜਿਹੜਾ ਜੀ ਨਾਲ ਰਲਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਨਸ਼ਿਆਂ ਦੇ ਉੱਤੇ ਲਾਇਆ, ਕਿਉਂਕਿ ਕਰਦੇ ਹੀ ਇਹ ਤਰੀਕਾ ਹੀ ਇਹ ਅਪਣਾਉਂਦੇ ਨੇ ਤਸਕਰ। ਪਹਿਲਾਂ ਲਾ ਲੈਂਦੇ ਨੇ, ਜਦੋਂ ਲੱਗ ਗਿਆ ਬੰਦਾ ਫਿਰ ਉਹਨੂੰ ਵੇਚਣ ਦੇ ਉੱਤੇ ਜਿਹੜਾ ਜੀ ਉਹ ਨਾਲ ਲਾ ਲੈਂਦੇ ਨੇ। ਇਸੇ ਤਰ੍ਹਾਂ ਦੀ ਕੰਪਲੇਂਟ ਤੁਹਾਨੂੰ ਯਾਦ ਹੋਣਾ ਕੁਝ ਮਹੀਨੇ ਪਹਿਲਾਂ ਹਰਿਆਣੇ ਨੇ ਵੀ ਕੀਤੀ ਸੀ। ਹਰਿਆਣੇ ਨੇ ਜਿਹੜੇ ਪੰਜਾਬ ਦੇ ਨਾਲ ਲੱਗਦੇ ਬਾਰਡਰ ਨੇ ਉਹਨਾਂ ਦੇ ਉੱਤੇ
ਕਾਫੀ ਸਖਤੀ ਜਿਹੜੀ ਹੈ ਜੀ ਉਹ ਕੀਤੀ ਹੋਈ ਹੈ। ਇੱਧਰੋਂ ਜਾਂਦੇ ਜਿਹੜੇ ਵਹੀਕਲ ਵਗੈਰਾ ਨੇ ਉਸ ਪਾਸੇ ਥੋੜੀ ਜਿਹੀ ਠੱਲ ਪਈ ਆ, ਤੇ ਇਹ ਜਿਹੜੇ ਤਸਕਰ ਨੇ ਹੁਣ ਉਹ ਹਿਮਾਚਲ ਵੱਲ ਨੂੰ ਤੁਰ ਪਏ ਨੇ। ਹਿਮਾਚਲ ਪੁਲਿਸ ਤੇ ਜਿਹੜੀ ਪੰਜਾਬ ਪੁਲਿਸ ਹੈ ਉਹਨਾਂ ਨੇ ਜਿਹੜੀ ਹੈ ਜੀ ਇਹ ਮੁਹਿੰਮ ਦੀ ਗੱਲ ਕੀਤੀ ਆ, ਔਰ ਇਹ ਗੱਲ ਆਖੀ ਹੈ ਕਿ ਉਹ ਰਲ ਕੇ ਇਹਨਾਂ ਤਸਕਰਾਂ ਨੂੰ ਰੋਕਣ ਦੀ ਜਿਹੜੀ ਹੈ ਜੀ ਉਹ ਕੋਸ਼ਿਸ਼ ਕਰਨਗੇ। ਜਿਹੜੇ ਪਿੰਡਾਂ ਵਾਲੇ ਲੋਕ ਨੇ ਉਹ ਇਹ ਕਹਿੰਦੇ ਨੇ ਕਿ ਜੇ 15 ਦਿਨਾਂ ਦੇ ਵਿੱਚ ਕਾਰਵਾਈ ਨਹੀਂ ਹੁੰਦੀ ਤਾਂ ਉਹ ਆਪਣਾ ਅਗਲਾ ਪ੍ਰੋਗਰਾਮ ਜਿਹੜਾ ਜੀ ਉਹ ਉਲੀਕਣਗੇ। ਹੁਣ ਸਵਾਲ ਜਿਹੜਾ ਜੀ ਸਭ ਤੋਂ ਵੱਡਾ ਇਹ ਆ ਕਿ ਪੰਜਾਬ ਪੁਲਿਸ ਜਿਹੜੀ ਰਲ ਕੇ ਕੰਮ ਕਰੂਗੀ ਹਿਮਾਚਲ ਦੀ ਪੁਲਿਸ ਦੇ ਨਾਲ, ਕੀ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਨਸ਼ਾ ਸਮਾਪਤ ਹੋ ਗਿਆ ਕਿ ਉਹ ਹੁਣ ਜਿਹੜੀ ਹਿਮਾਚਲ ਤੇ ਪੰਜਾਬ ਵਾਲੀ ਜਿਹੜੀ ਸਰਹੱਦ ਹੈ ਉਹਦੇ ਉੱਤੇ ਰੋਕਣ ਨੂੰ ਜਿਹੜਾ ਜੀ ਉਹ ਤੁਰ ਪਊਗੀ, ਜਿਹਦਾ ਜਵਾਬ ਹਰੇਕ ਨੂੰ ਪਤਾ ਜੀ ਕਿ ਇਹਦਾ ਜਵਾਬ ਜਿਹੜਾ ਉਹ ਨਾ ਦੇ ਵਿੱਚ ਹੈ। ਪਰ ਮੀਟਿੰਗ ਲਾ ਕੇ ਵੱਡੀਆਂ ਵੱਡੀਆਂ ਖਬਰਾਂ ਜਿਹੜੀਆਂ ਜੀ ਉਹ ਜ਼ਰੂਰ ਆ ਗਈਆਂ ਕਿ ਹਿਮਾਚਲ ਦੀ ਸਰਹੱਦ ਦੇ ਉੱਤੇ ਪੰਜਾਬ ਪੁਲਿਸ ਜਿਹੜੀ ਹੈ ਜੀ ਆਪਣੀ ਸਰਗਰਮੀ ਵਧਾਊਗੀ। ਕਿਵੇਂ ਵਧਾਊਗੀ ਇਹ ਨਹੀਂ ਕਿਸੇ ਨੂੰ ਪਤਾ। ਬਹੁਤ ਜ਼ਿਆਦਾ ਜਿਹੜੇ ਨੇ ਜੀ ਉਹ ਸੁਰੱਖਿਆ ਦੇ ਵਿੱਚ ਹੀ ਲੱਗੇ ਹੋਏ ਨੇ ਮੈਕਸੀਮਮ, ਤੇ ਥਾਣਿਆਂ ਦੇ ਵਿੱਚ ਤਾਂ ਕੋਈ ਬੰਦਾ ਜਿਹੜਾ ਜੀ ਉਹ ਲੱਭਦਾ ਨਹੀਂ ਗਾ ਜਦੋਂ ਕਿਸੇ ਨੂੰ ਜ਼ਰੂਰਤ ਪਵੇ। ਤੇ ਹੁਣ ਇਹ ਹਿਮਾਚਲ ਦੀ ਸਰਹੱਦ ਦੇ ਉੱਤੇ ਕਿੱਥੋਂ ਲਾਏ ਜਾਣਗੇ, ਇਹ ਆਪਣੇ ਆਪ ਸਵਾਲ ਹੈ। ਬਿਲਕੁਲ ਜੀ। ਤੇ ਸਲਵਿੰਦਰ ਸਿੰਘ ਵਾਲਿਆਂ ਵਰਗਿਆਂ ਦਾ ਕੀ ਹੋਊਗਾ, ਸ਼ਾਇਦ ਉਧਰਲੀ ਸਰਹੱਦ ਤੇ ਵੀ ਇਸੇ ਤਰ੍ਹਾਂ ਦੇ ਹੋਣ। ਤੇ ਅੱਗੇ ਆਪਾਂ ਖਡੂਰ ਸਾਹਿਬ ਦੀ ਗੱਲ ਕਰਦੇ ਹਾਂ ਕਿ ਉਹਨਾਂ ਦੀ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਜੀ ਵੋਟਾਂ ਦੀ ਗਿਣਤੀ ਚੱਲ ਰਹੀ ਇਸ ਵੇਲੇ। ਨਤੀਜੇ ਤਾਂ ਕੋਈ ਹੈਰਾਨੀਜਨਕ ਤਾਂ ਆਉਣਾ ਨਹੀਂ ਗਾ ਜੀ, ਉੱਥੋਂ ਸਭ ਨੂੰ ਪਤਾ ਕਿ ਨਤੀਜਾ ਜਿਹੜਾ ਉਹ ਕੀ ਆਉਣਾ ਆ। ਜਿਹੜੀਆਂ ਪ੍ਰਮੁੱਖ ਪਾਰਟੀਆਂ ਤੇ ਉੱਥੇ ਦੋ ਜਿਹੜੀਆਂ ਦੀ ਅਹਿਮ ਉਹ ਹੈ ਨਹੀਂ ਸੀਗੀਆਂ, ਨਾ ਆਮ ਆਦਮੀ ਪਾਰਟੀ ਨੇ ਚੋਣ ਲੜੀ ਹੈ ਨਾ ਕਾਂਗਰਸ ਨੇ ਚੋਣ ਜਿਹੜੀ ਆ ਉਹ ਲੜੀ ਆ। ਅਕਾਲੀ ਦਲ ਨੇ ਚੋਣ ਜਿਹੜੀ ਹੈ ਜੀ ਉੱਥੋਂ ਲੜੀ ਆ। ਜੋ ਕੁਝ ਅਕਾਲੀ ਦਲ ਚਾਹੁੰਦਾ ਸੀਗਾ ਕਿ ਉੱਥੇ ਕਾਂਗਰਸ ਜਾਂ ਆਮ ਆਦਮੀ ਪਾਰਟੀ ਦੇ ਹੁੰਦੀਆਂ ਮੈਦਾਨ ਦੇ ਵਿੱਚ, ਤਾਂ ਫਿਰ ਜਿਸ ਕਿਸਮ ਦੀ ਜ਼ੋਰ ਅਜ਼ਮਾਈ ਹੋਣੀ ਸੀਗੀ ਉਹ ਹੋ ਨਹੀਂ ਸਕੀ। ਨਾ ਨਿਸ਼ਾਨਾ ਜਿਹੜਾ ਸੀਗਾ ਉਹ ਵਿਰੋਧੀ ਪਾਰਟੀਆਂ ਦੇ ਉੱਤੇ ਉੱਥੇ ਅਕਾਲੀ ਦਲ ਜਿਹੜਾ ਸੀਗਾ ਉਹ ਲਾ ਸਕਿਆ। ਅਕਾਲੀ ਦਲ ਇਹ ਪ੍ਰਚਾਰਦਾ ਰਿਹਾ ਜੀ ਕਿ ਇਹ ਜਿਹੜੀ ਚੋਣ ਆ ਇਹ ਸੈਮੀ ਫਾਈਨਲ ਹੋਊਗਾ 2017 ਦਾ। ਪਰ ਉਹ ਹੁਣ ਗੱਲ ਜਿਹੜੀ ਹੈ ਜੀ ਉਹਨਾਂ ਨੇ ਪਿਛਲੇ ਕੁਝ ਦਿਨਾਂ ਤੋਂ ਵੋਟਾਂ ਤੋਂ ਪਹਿਲਾਂ ਜਿਹੜੀ ਆ ਉਹ ਚੁੱਪ ਕਰ ਗਏ ਇਸ ਮਸਲੇ ਦੇ ਉੱਤੇ। ਇਹ ਮਾਮਲਾ ਮੁੜ ਕੇ ਨਹੀਂ ਬੋਲੇ ਕਿ ਇਹ ਜਿਹੜਾ ਸੈਮੀ ਫਾਈਨਲ ਹੋਊਗਾ ਜਾਂ ਨਹੀਂ। ਇਹ ਕਿਹਾ ਜਾ ਰਿਹਾ ਜੀ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜੀਆਂ ਡਿਊਟੀਜ਼ ਲਾਈਆਂ ਉੱਥੇ ਸਾਰੇ ਨਾ ਸਿਰਫ ਡਿਸਟ੍ਰਿਕਟ ਦੇ ਜਥੇਦਾਰਾਂ ਦੀਆਂ, ਮਾਝੇ ਦੇ ਜਥੇਦਾਰਾਂ ਦੀਆਂ, ਸਾਰਿਆਂ ਦੀਆਂ ਇਹ ਆਖਿਆ ਗਿਆ ਜੀ ਕਿ ਮੈਕਸੀਮਮ ਵੋਟਾਂ ਜਿਹੜੀਆਂ ਉਹ ਭੁਗਤਾਉਣੀਆਂ ਨੇ ਤਾਂ ਕਿ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਇਸ ਗੱਲੋਂ ਨਿਸ਼ਾਨਾ ਨਾ ਲਾ ਸਕਣ ਕਿ ਵੋਟਾਂ ਦੇਖ ਲਓ ਜੀ ਪਰਸੈਂਟੇਜ ਉੱਥੇ ਘੱਟ ਪਈ ਹੈ। ਤੇ ਜਿੱਦਣ ਵੋਟਾਂ ਪਈਆਂ ਜੀ 12 ਵਜੇ ਤੱਕ ਸਾਰੀ 16% ਦੇ ਕਰੀਬ ਜਿਹੜੀ ਆ ਉਹ ਵੋਟ ਪਈ ਸੀਗੀ। ਟੋਟਲ ਜਿਹੜੀ ਵੋਟ ਹੈ ਉਹ 58% ਭੁਗਤੀ ਹੈ। ਖਡੂਰ ਸਾਹਿਬ ਹਲਕਾ ਜਿਹੜਾ ਜੀ ਉਹ ਹਲਕਾ ਹੈ ਜਿਹੜਾ ਨਰੋਲ ਪੰਥਕ ਹਲਕਾ ਜਿਹੜਾ ਉਹ ਗਿਣਿਆ ਜਾਂਦਾ। ਤੇ ਸਭ ਨੂੰ ਪਤਾ ਜੀ ਕਿ ਅਕਾਲੀ ਦਲ ਦੇ ਜਿਹੜੇ ਵੋਟ ਬੈਂਕ ਨੇ, ਜਿਹੜੇ ਵੱਡੇ ਵੋਟ ਬੈਂਕ ਨੇ ਉਹ ਦੋ ਨੇ, ਇੱਕ ਪੰਥਕ ਵੋਟ ਬੈਂਕ ਤੇ ਇੱਕ ਜਿਹੜਾ ਕਿਸਾਨੀ ਦਾ ਜਿਹੜਾ ਜੀ ਉਹ ਵੋਟ ਬੈਂਕ। ਤੋ ਇੱਥੇ 58% ਜਿਹੜੀ ਹੈ ਜੀ ਉਹ ਵੋਟਿੰਗ ਪੋਲ ਹੋਣੀ, ਇਹ ਇੱਕ ਜਿਹੜੀ ਇਹਦੀ ਕਿਹਾ ਜਾ ਰਿਹਾ ਕਿ ਫਿਕਰਮੰਦੀ ਦੇ ਵਿੱਚ ਉਹਨੇ ਅਕਾਲੀ ਦਲ ਨੂੰ ਪਾਇਆ ਕਿ ਜੇ ਇਸ ਨਰੋਲ ਪੰਥਕ ਹਲਕੇ ਦੇ ਵਿੱਚ ਵੋਟ ਬੈਂਕ ਜਿਹੜਾ ਜੀ ਉਹਨਾਂ ਦਾ ਖੁਰ ਗਿਆ ਤੇ ਇਹ ਖੋਰਾ ਜਿਹੜਾ ਉਹਨੂੰ ਪੰਜਾਬ ਲੈਵਲ ਦੇ ਉੱਤੇ ਵੀ ਜਿਹੜਾ ਉਹ ਵੱਡਾ ਲੱਗਣਾ। ਇਸੇ ਕਰਕੇ ਵੋਟ ਜਿਹੜੀ ਆ ਘੱਟ ਪੋਲ ਹੋਣ ਤੋਂ ਬਾਅਦ ਕਿਸੇ ਅਕਾਲੀ ਆਗੂ ਦਾ ਕੋਈ ਬਿਆਨ ਜਿਹੜਾ ਉਹ ਨਹੀਂ ਆਇਆ। ਹੁਣ ਇਹ ਬਿਆਨ ਜਿਹੜਾ ਜੀ ਉਹ ਜ਼ਰੂਰ ਆ ਜਾਊਗਾ ਕਿ ਕਿੰਨੀਆਂ ਵੋਟਾਂ ਦੇ ਨਾਲ ਉੱਥੋਂ ਜਿਹੜਾ ਬ੍ਰਹਮਪੁਰਾ ਹੋਰਾਂ ਦਾ ਜਿਹੜਾ ਜੀ ਉਹ ਮੁੰਡਾ ਜਿੱਤ ਗਿਆ। ਉਹ ਜਿੰਨੀਆਂ ਮਰਜ਼ੀ ਵੋਟਾਂ ਦੇ ਨਾਲ ਜਿੱਤੇ, ਨਾ ਸਿਰਫ ਪੰਥਕ ਵੋਟ ਬੈਂਕ ਨੂੰ ਖੋਰਾ ਲੱਗਿਆ ਬਲਕਿ ਲੋਕ ਸਭਾ ਦੀ ਸੀਟ ਜਿਹੜੀ ਆ ਜੀ ਉਹ ਜਿੱਤਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਦਾ ਵੋਟ ਬੈਂਕ ਵੀ ਜਿਹੜਾ ਸੀਗਾ ਉਹ ਇਸ ਹਲਕੇ ਦੇ ਵਿੱਚ ਇੱਕ ਕਿਸਮ ਦੇ ਨਾਲ ਖੁਰ ਗਿਆ। ਕਿਉਂਕਿ ਜਦੋਂ ਪਿਛਲੀਆਂ ਵੋਟਾਂ ਪਈਆਂ ਸੀ ਲੋਕ ਸਭਾ ਦੀਆਂ ਤਾਂ ਇੱਥੋਂ ਉਹਨਾਂ ਨੂੰ ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ ਕੋਈ 72% ਦੇ ਕਰੀਬ ਜਿਹੜੀਆਂ ਸੀਗੀਆਂ ਉਹ ਵੋਟਾਂ ਇਕੱਲੇ ਹੀ ਉਹ ਲੈ ਗਏ ਸੀਗੇ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ 80% ਦੀ ਪੋਲਿੰਗ ਜਿਹੜੀ ਸੀ ਉਹ ਇੱਥੇ ਖਡੂਰ ਸਾਹਿਬ ਹਲਕੇ ਤੋਂ ਹੋਈ ਸੀ, ਜਿਹੜੀ ਕਿ ਘੱਟ ਕੇ 58% ਰਹਿ ਗਈ ਆ। ਵਿਰੋਧੀ ਧਿਰਾਂ ਇਹ ਵੀ ਕਹਿ ਰਹੀਆਂ ਨੇ ਕਿ 58% ਵੀ ਧੱਕੇ ਦੇ ਨਾਲ ਗੁੱਟ ਫੜ ਕੇ ਜਿਹੜੇ ਆ ਜੀ ਉਹ ਬਟਨ ਆਪ ਦੱਬ ਕੇ ਜਿਹੜੀ ਉਹ ਕਰਵਾਈ ਗਈ ਹੈ, ਨਹੀਂ ਤਾਂ ਅਦਰਵਾਈਜ਼ 30 ਤੋਂ 32% ਦੇ ਕਰੀਬ ਹੀ ਵੋਟਾਂ ਜਿਹੜੀਆਂ ਜੀ ਉਹ ਪਈਆਂ ਨੇ। ਬੇਸ਼ੱਕ ਚੋਣ ਜਿਹੜੀ ਉਹਨਾਂ ਨੇ ਜਿੱਤ ਜਾਣੀ ਹੈ ਉਹ ਤਾਂ ਪਤਾ ਹੀ ਹੈ, ਪਰ ਇਹ ਕਿਹਾ ਜਾ ਰਿਹਾ ਜੀ ਕਿ ਅੰਦਰ ਖਾਤੇ ਫਿਕਰਮੰਦੀ ਬਹੁਤ ਲੱਗੀ ਜੀ ਕਿ ਪੰਥਕ ਵੋਟ ਜਿਹੜੀ ਸੀ ਉਹ ਖੁਰ ਗਈ। ਬਿਲਕੁਲ ਜੀ। ਮੈਦਾਨ ਦੇ ਵਿੱਚ ਖਿਡਾਰੀ ਇੱਕ ਸੀਗਾ, ਕੋਈ ਨਾਮੀ ਖਿਡਾਰੀ ਹੋਰ ਆਇਆ ਹੀ ਨਹੀਂਗਾ ਤੇ ਜਿੱਤਣਾ ਤੇ ਨਹੀਂ ਆਪ ਹੀ ਆ। ਤੇ ਅੱਗੇ ਆਪਾਂ ਬਾਲਪ੍ਰੀਤ ਰਸਾਲੇ ਦੀ ਜੇ ਗੱਲ ਕਰੀਏ ਕਿ ਜਿਹੜਾ ਪੰਜਾਬੀ ਦੇ ਵਿੱਚ ਹੀ ਹੁੰਦਾ ਆ, ਉਸ ਦੇ ਵਿੱਚ ਉਹ ਪੰਜਾਬੀ ਉਡਾਉਣ ਦੀਆਂ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਜੀ। ਇਹ ਦੇਖੋ, ਹਾਲਾਂਕਿ ਜਿਹੜੇ ਸਾਈਨ ਦੇ ਰੂਪ ਦੇ ਵਿੱਚ ਆਪਾਂ ਲਾ ਲਈਏ
ਕਿ ਜਿਹੜੇ ਪੰਜਾਬੀ ਦੇ ਸਾਈਨ ਨੇ ਵਿਦੇਸ਼ਾਂ ਦੇ ਵਿੱਚ ਤਾਂ ਉਹ ਵਧ ਰਹੇ ਨੇ, ਇੱਥੇ ਜਿਹੜੇ ਨੇ ਉਹ ਘਟ ਰਹੇ ਨੇ। ਪਿਛਲੇ ਸਾਲਾਂ ਦੇ ਦੌਰਾਨ ਜਿਵੇਂ ਪੰਜਾਬੀ ਬੋਲੀ ਨੂੰ ਜਿਹੜਾ ਜੀ ਉਹ ਖੋਰਾ ਲੱਗਿਆ, ਉਹ ਦੱਸਣ ਦੀ ਲੋੜ ਨਹੀਂ। ਇੱਥੇ ਜੇ ਕਿਤੇ ਸਮਾਂ ਲੱਗੇ ਤਾਂ ਪਟਿਆਲੇ ਦੇ ਵਿੱਚ ਜਿਹੜੀ ਲਾਇਬ੍ਰੇਰੀ ਹੈ, ਸੈਂਟਰਲ ਲਾਇਬ੍ਰੇਰੀ, ਉੱਥੇ ਜਾ ਕੇ ਪੁਰਾਣੀਆਂ ਪਈਆਂ ਕਿਤਾਬਾਂ ਦੇਖ ਲੈਣੀਆਂ, ਨਵੀਆਂ ਕਦੀ ਆਈਆਂ ਹੀ ਨਹੀਂ। ਜਿਹੜੇ ਅਵਾਰਡ ਵਗੈਰਾ ਦਿੱਤੇ ਜਾਂਦੇ ਨੇ ਉਹਦਾ ਵੀ ਅਜੇ ਕੁਛ ਨਹੀਂ ਪਤਾ ਲੱਗ ਰਿਹਾ ਕਿ ਉਹ ਅਨਾਊਂਸ ਹੋਏ ਹੋਏ ਨੇ ਪਿਛਲੇ 3-3 ਸਾਲ ਦੇ, ਉਹ ਕਿਸੇ ਨੂੰ ਦੇਣੇ ਨੇ ਪੰਜਾਬੀ ਲੇਖਕ ਨੂੰ ਜਾਂ ਨਹੀਂ। ਜੇ ਦੇਣੇ ਨੇ ਤੇ ਉਹ ਪੈਸੇ ਜਿਹੜੇ ਉਹ ਕਿੱਥੋਂ ਆਉਣੇ ਨੇ। ਤੇ ਇਹ ਨਵੀਂ ਸੱਟ ਜਿਹੜੀ ਹੈ ਜੀ ਉਹ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬੀ ਰਸਾਲਾ ਇਕਬਾਲ ਪ੍ਰੀਤ ਛਪਤ ਹੈ ਜੀ, ਇਹਦੀ ਜਿਹੜੀ ਪੰਜਾਬੀ ਜਿਹੜੀ ਰਸਾਲੇ ਦੀ ਰਜਿਸਟ੍ਰੇਸ਼ਨ ਆ ਉਹਦੇ ਵਿੱਚ ਇਹ ਗੱਲ ਬੜੀ ਕਲੀਅਰ ਲਿਖੀ ਹੋਈ ਆ ਕਿ ਇਹ ਰਸਾਲਾ ਸਿਰਫ ਪੰਜਾਬੀ ਭਾਸ਼ਾ ਦੇ ਵਿੱਚ ਜਿਹੜਾ ਜੀ ਉਹ ਛਪੂਗਾ, ਹੋਰ ਕਿਸੇ ਲੈਂਗੁਏਜ ਦੇ ਵਿੱਚ ਨਹੀਂ ਛਪ ਸਕਦਾ ਜੀ। ਜਦੋਂ ਕਿ ਇੱਥੋਂ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੇ ਹੁਕਮ ਇਹ ਚਾਹ ਦਿੱਤੇ ਨੇ ਜੀ ਕਿ ਇਸ ਨਰੋਲ ਪੰਜਾਬੀ ਦੇ ਰਸਾਲੇ ਨੂੰ ਤੋੜ ਮਰੋੜ ਵਿੱਚ ਕੀਤੀ ਜਾਵੇ। ਉਹਦੇ ਵਿੱਚ ਉਹਨਾਂ ਨੇ ਇਹ ਕਰਤਾ ਜੀ ਕਿ ਇਹਨੂੰ 3 ਲੈਂਗੁਏਜ ਦੇ ਵਿੱਚ ਜਿਹੜਾ ਜੀ ਉਹ ਛਾਪਿਆ ਜਾਵੇ। ਇਹਦੇ ਵਿੱਚ ਤੀਸਰੀ ਜਿਹੜੀ ਹੈ ਜੀ ਉਹ ਭਾਸ਼ਾ ਪੰਜਾਬੀ ਰਹਿ ਜੂਗੀ, ਦੂਜੀਆਂ ਜਿਹੜੀਆਂ ਭਾਸ਼ਾਵਾਂ ਨੇ ਉਹਦੇ ਵਿੱਚ ਹਿੰਦੀ ਤੇ ਇੰਗਲਿਸ਼ ਜਿਹੜੀ ਹੈ ਜੀ ਉਹ ਸ਼ਾਮਲ ਕਰਤੀ ਗਈ ਹੈ। ਬਾਲਪ੍ਰੀਤ ਰਸਾਲਾ ਜਿਹੜਾ ਕਿ ਬੇਸ਼ੱਕ ਅੱਜ ਉਹਦੀ ਇਹ ਨਹੀਂ ਕਿਹਾ ਜਾ ਸਕਦਾ ਕਿ ਬਹੁਤ ਉਹ ਫੇਮਸ ਹੈ, ਪਰ ਇੰਨਾ ਜ਼ਰੂਰ ਹੈ ਜੀ ਕਿ ਇੱਕ ਸਿੰਬੋਲਿਕ ਰੂਪ ਦੇ ਵਿੱਚ ਇਹ ਰਸਾਲਾ ਬੜੇ ਸਾਰੇ ਸਾਲਾਂ ਤੋਂ ਜਿਹੜਾ ਜੀ ਉਹ ਛਪਦਾ, ਫੇਮਸ ਵੀ ਰਿਹਾ ਜੀ ਕਾਫੀ। ਤਾਂ ਉਹਦੇ ਵਿੱਚੋਂ ਹੁਣ ਜਿਹੜੀ ਪੰਜਾਬੀ ਆ ਪੰਜਾਬ ਦੇ ਵਿੱਚੋਂ ਹੀ ਮਨਫੀ ਕੀਤੀ ਜਾ ਰਹੀ ਹੈ। ਉੱਥੋਂ ਜਿੱਥੇ ਪੰਜਾਬੀ ਸਾਹਿਤ ਭਵਨ ਵੀ ਹੈ, ਜਿੱਥੇ ਪੰਜਾਬੀ ਜਿਹੜੀ ਭਾਸ਼ਾ ਵਿਭਾਗ ਵੀ ਹੈ, ਜਿੱਥੇ ਲੈਂਗੁਏਜ ਦੇ ਨਾਂ ਦੇ ਉੱਤੇ ਬਣੀ ਹੋਈ ਜਿਹੜੀ ਆ ਯੂਨੀਵਰਸਿਟੀ ਵੀ ਹੈ, ਤਾਂ ਕਿੱਥੋਂ ਤੱਕ ਜਿਹੜੀ ਹੈ ਜੀ ਇਹ ਘੁਸਪੈਠ ਹੋ ਚੁੱਕੀ ਆ ਜਿਹੜੀ ਪੰਜਾਬੀ ਬੋਲੀ, ਪੰਜਾਬੀ ਕਲਚਰ ਜਿਹੜਾ ਜੀ ਉਹਨੂੰ ਬਿਲਕੁਲ ਖਤਮ ਕਰਨ ਦੇ ਵਾਸਤੇ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਨਹੀਂ ਤਾਂ ਅਦਰਵਾਈਜ਼ ਡਿਪਟੀ ਕਮਿਸ਼ਨਰ ਆਪਣੇ ਤੌਰ ਦੇ ਉੱਤੇ ਤਾਂ ਐਡਾ ਵੱਡਾ ਫੈਸਲਾ ਨਹੀਂ ਲੈ ਸਕਦੇ। ਜੀ 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 ਬਿਲਕੁਲ ਨਹੀਂ ਜੀ, ਕਿਉਂਕਿ ਘੁਸਪੈਠ ਨਹੀਂ ਕਿ ਬਹੁਤ ਸਾਰਾ ਕੰਮ ਜਿਹੜਾ ਹੋ ਚੁੱਕਾ ਆ। ਇੱਦਾਂ ਦੇ ਜਿਹੜੇ ਛੋਟੇ ਮੋਟੇ ਕੰਮ ਆ ਉਹਨਾਂ ਨੂੰ ਨੇਪਰੇ ਚੜ੍ਹਨ ਦੀਆਂ ਤਿਆਰੀਆਂ। ਅਖੀਰਲਾ ਮੇਰਾ ਸਵਾਲ ਹੈ ਜੀ, ਆਪਾਂ ਪਹਿਲਾਂ ਵੀ ਕੀਤਾ ਸੀਗਾ, ਬੱਸਾਂ ਦੇ ਵਿੱਚ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ ਗੀਤਾਂ ਨੂੰ ਬੰਦ ਕਰਨ ਦਾ, ਉਹ ਵੀ ਵਿਵਾਦ ਭਖਿਆ। ਇਹ ਵਿਵਾਦ ਜਿਹੜਾ ਜੀ ਐਕਚੁਅਲੀ ਚੱਲਦਾ ਤਾਂ ਬੜੀ ਦੇਰ ਤੋਂ ਰਿਹਾ ਜੀ। ਹੁਣ ਇੱਕ ਵਾਰੀ ਫੇਰ ਜਿਹੜੇ ਟਰਾਂਸਪੋਰਟ ਮੰਤਰੀ ਨੇ ਉਹਨਾਂ ਦੇ ਬਿਆਨ ਤੋਂ ਬਾਅਦ ਜਿਹੜਾ ਜੀ ਆਇਆ ਕਿ ਬੜਾ ਸਖਤੀ ਜਿਹੜੀ ਆ ਜੀ ਉਹ ਕੀਤੀ ਜਾਊਗੀ। ਜਿਹੜੇ ਗਾਣੇ ਬੱਸਾਂ ਦੇ ਵਿੱਚ ਜਿਹੜੇ ਆ ਜੀ ਉਹ ਲੱਗਦੇ ਨੇ, ਉਹਨਾਂ ਨੇ ਇਹ ਨਹੀਂ ਦੱਸਿਆ ਜੀ ਕਿ ਕਿਹੜੀਆਂ ਬੱਸਾਂ ਦੇ ਉੱਤੇ ਜਿਹੜੀ ਆ ਜੀ ਉਹ ਸਖਤੀ ਕੀਤੀ ਜਾਊਗੀ। ਕਿ ਇਹਦੇ ਵਿੱਚ ਜਿਹੜੀਆਂ ਸਿਆਸਤਦਾਨਾਂ ਦੀਆਂ ਬੱਸਾਂ ਚੱਲਦੀਆਂ ਉਹਨਾਂ ਦੇ ਵਿੱਚ ਉਹਨੂੰ ਘੇਰਨ ਦੀ ਜ਼ਰੂਰਤ ਜਿਹੜੀ ਆ ਜੀ ਕਿਸੇ ਦੀ ਹੋਊਗੀ, ਜਾਂ ਉਹਦੇ ਵਿੱਚ ਜਿਹੜੀ ਲੱਚਰਤਾ ਜਿਹੜੀ ਗਾਣੇ ਪਰੋਸੇ ਜਾਂਦੇ ਨੇ ਉਹਨੂੰ ਰੋਕਣ ਦੀ ਜਿਹੜੀ ਹੋਊਗੀ, ਜਾਂ ਫਿਰ ਸਰਕਾਰੀ ਜਿਹੜੀਆਂ ਬੱਸਾਂ ਨੇ ਸਿਰਫ ਉਹਨਾਂ ਦੇ ਉੱਤੇ ਹੀ ਜਿਹੜਾ ਜੀ ਉਹ ਇਹ ਸ਼ਿਕੰਜਾ ਜਿਹੜਾ ਉਹ ਕੱਸਿਆ ਜਾਊਗਾ। ਔਰ ਦੂਸਰੀ ਗੱਲ ਜਿਹੜੀ ਹੈ ਕਿ ਇੱਕ ਗੱਲ ਪਿਛਲੇ ਲੰਬੇ ਸਮੇਂ ਤੋਂ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਹੁੰਦੀ ਸੀ ਉਦੋਂ ਵੀ ਚੱਲਦੀ ਰਹੀ, ਹੁਣ ਤਾਂ ਤਕਰੀਬਨ ਇਹ ਗੱਲ ਖਤਮ ਜੀ ਹੋ ਗਈ ਕਿ ਕੀ ਜੀ ਦੀ ਸਰਕਾਰ ਰਹੀ ਹੈ ਉਦੋਂ ਵੀ, ਔਰ ਹੁਣ ਤਾਂ ਪਿਛਲੇ ਕੁਝ ਸਾਲਾਂ ਤੋਂ ਹਾਲਾਂਕਿ ਸਮਾਪਤੀ ਹੋ ਗਈ ਕਿ ਪੰਜਾਬ ਦੇ ਵਿੱਚ ਕੋਈ ਸੈਂਸਰ ਬੋਰਡ ਜਿਹੜਾ ਦੀ ਚਾਹੀਦਾ ਜਿਹੜਾ ਕਿ ਇਹਨਾਂ ਗੀਤਾਂ ਨੂੰ ਸੈਂਸਰ ਕਰ ਸਕੇ। ਟੀਵੀ ਚੈਨਲ ਤੁਸੀਂ ਵੀ ਦੇਖਦੇ ਹੋ, ਜੋ ਕੁਛ ਗੰਦ ਉਹਦੇ ਉੱਤੇ ਪਰੋਸਿਆ ਜਾ ਰਿਹਾ ਇੱਥੇ ਪੰਜਾਬ ਦੇ ਵਿੱਚ, ਜਿਹੜੇ ਕੁਝ ਚੈਨਲ ਨੇ ਕੋਈ ਉਹਦੇ ਉੱਤੇ ਜਿੰਦਾ ਕੁੰਡਾ ਨੀਗਾ ਕਿ ਕੀ ਕੀਤਾ ਜਾ ਰਿਹਾ। ਇੱਥੇ ਜਿਹੜੇ ਇੱਕ ਪ੍ਰਸਿੱਧ ਗਾਇਕ ਨੇ ਦਲੇਰ ਮਹਿੰਦੀ ਹੋਰਾਂ ਦੇ ਉੱਤੇ ਵੀ 2 ਜਗ੍ਹਾ ਦੇ ਉੱਤੇ ਸ਼ਿਕਾਇਤ ਜਿਹੜੀ ਆ ਜੀ ਉਹ ਦਰਜ ਕਰਾਈ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦਾ ਇੱਕ ਆਇਆ ਗੀਤ ਜਿਹੜਾ ਜੀ ਉਹ ਲੱਚਰਤਾ ਦੀਆਂ ਹੱਦਾਂ ਬੰਨੇ ਜਿਹੜੇ ਆ ਜੀ ਉਹ ਸਾਰੇ ਟੱਪ ਗਿਆ। ਤੋ ਸ਼ਾਇਦ ਜਿਹੜੇ ਲੋਕ ਨੇ ਉਹ ਚੁੱਪ ਹੀ ਕਰ ਗਏ ਕਿ ਸੈਂਸਰ ਬੋਰਡ ਜਿਹੜਾ ਬਣਨਾ ਨਹੀਂ, ਔਰ ਇਸ ਮਾਮਲੇ ਦੇ ਉੱਤੇ ਫਿਰ ਜਿਹੜੇ ਮੰਤਰੀ ਨੇ ਉਹਨਾਂ ਨੇ ਚੁੱਪ ਜਿਹੜੀ ਉਹ ਧਾਰ ਲਈ ਹੈ ਕਿ ਸੈਂਸਰ ਬੋਰਡ ਜਿਹੜਾ ਜੀ ਇਹ ਚਾਹੀਦਾ ਵੀ ਹੈ। ਮੈਂ ਅੱਗੇ ਵੀ ਇੱਕ ਵਾਰੀ ਗੱਲ ਸੁਣਾਈ ਸੀ ਕਿ ਇੱਧਰ ਜਿਹੜਾ ਸੂਬਾ ਪੰਜਾਬੀਆਂ ਦੀ ਬਹੁ ਗਿਣਤੀ ਉੱਥੇ ਹੈ ਜੀ ਜਿਹੜੇ ਏਰੀਏ ਦੇ ਵਿੱਚ, ਉੱਥੇ ਕੋਈ 2 ਲੜਕੀਆਂ ਗੁਆਂਢਣਾਂ ਤੇ ਇੱਕ ਨੇ ਕਿਹਾ ਵੀ ਮੈਨੂੰ ਪਤਾ ਕਿੰਨੇ ਕੁ ਤੁਸੀਂ ਭਲੇ ਮਾਨਸੋ ਸਵੇਰ ਤੋਂ ਸ਼ਾਮ ਤੱਕ ਤਾਂ ਤੁਹਾਡੇ ਘਰੇ ਪੰਜਾਬੀ ਗੀਤਾਂ ਵਾਲਾ ਜਿਹੜਾ ਚੈਨਲ ਆ ਉਹ ਚੱਲੀ ਜਾਂਦਾ। ਭਾਵ ਕਿ ਉਹ ਲੋਕ ਉਹਨੂੰ ਇਸ ਰੂਪ ਦੇ ਵਿੱਚ ਦੇਖਣ ਲੱਗੇ ਕਿ ਇਹਦੇ ਵਿੱਚ ਇੰਨੀ ਲੱਚਰਤਾ ਹੈ, ਜਾਂ ਜਿਹੜੀਆਂ ਲੜਾਈਆਂ, ਗੁੰਡਾਗਰਦੀ, ਹਥਿਆਰ, ਨਸ਼ੇ ਜਿਹੜੇ ਨੇ ਉਹੀ ਪ੍ਰਮੋਟ ਹੁੰਦੇ ਨੇ। ਇੱਕ ਗੀਤ ਪਿੱਛੇ ਦੇ ਆ ਰਿਹਾ ਸੀਗਾ ਜੀ ਕਿ ਜਿਹੜਾ ਜੀ
ਬੇਸ਼ੱਕ ਦਾਰੂ ਦੂਰੂ ਤਾਂ ਪੀ ਲੈਂਦਾ ਹੋਵੇ ਪਰ ਚਿੱਟੇ ਦਾ ਆਦੀ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹ ਐਕਸੈਪਟ ਜਿਹੜੀਆਂ ਚੀਜ਼ਾਂ ਨੇ ਨਾ ਜੀ ਉਹ ਕਰ ਲਈਆਂ ਗਈਆਂ ਨੇ, ਜਾਂ ਤੁਸੀਂ ਇਹ ਕਹਿ ਲਓ ਕਿ ਕਰਵਾ ਦਿੱਤੀਆਂ ਗਈਆਂ ਨੇ, ਕਿਉਂਕਿ ਉਹਨਾਂ ਦੇ ਉੱਤੇ ਰੋਕ ਟੋਕ ਨਹੀਂ ਲੱਗੀ। ਹੁਣ ਵੀ ਇਹ ਇਲੈਕਸ਼ਨਾਂ ਦਾ ਵਰ੍ਹਾ ਜਿਹੜਾ ਜੀ ਉਹ ਹੋਣ ਕਰਕੇ ਹਾਂ ਗੱਲ ਜਿਹੜੀ ਹੈ ਜੀ ਫੇਰ ਤੋਰ ਲਈ ਹੈ ਕਿ ਬੱਸਾਂ ਦੇ ਵਿੱਚ ਜਿਹੜੇ ਲੱਚਰ ਗੀਤ ਨੇ ਉਹਨਾਂ ਨੂੰ ਰੋਕਿਆ ਜਾਊਗਾ, ਪਰ ਫੇਰ ਕਿ ਇਹ ਸਪਸ਼ਟ ਨਹੀਂ ਕੀਤਾ ਕਿ ਕਿਹੜੀਆਂ ਬੱਸਾਂ ਜਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਲੱਚਰ ਗੀਤ ਜਿਹੜੇ ਨੇ ਉਹਨਾਂ ਨੂੰ ਰੋਕਿਆ ਜਾਊਗਾ, ਕੀ ਸਾਰੀਆਂ ਦੇ ਵਿੱਚ ਜਾਂ ਸਿਰਫ ਸਰਕਾਰੀ ਦੇ ਵਿੱਚ। ਜਾਂ ਉਹ ਲੱਚਰ ਗੀਤ ਦੇਖਣ ਵਾਲੇ ਸਿਰਫ ਇੱਕ ਟੀਵੀ ਤੇ ਦੇਖ ਸਕਣਗੇ, ਬਹੁਤ ਮਾੜੀ ਗੱਲ ਹੈ। ਤੇ ਅਖੀਰ ਦੇ ਵਿੱਚ ਜੀ ਅੱਜ ਨਵਾਂ ਕਿ ਲੜ ਝਗੜ ਕੇ ਦੂਰ ਸਨ ਗਏ ਪਹਿਲਾਂ ਮਸਲਾ ਹੋ ਗਿਆ ਫੇਰ ਸੀ ਹੱਲ ਮੀਆਂ, ਲੜ ਝਗੜ ਕੇ ਦੂਰ ਸਨ ਗਏ ਪਹਿਲਾਂ ਮਸਲਾ ਹੋ ਗਿਆ ਫੇਰ ਸੀ ਹੱਲ ਮੀਆਂ, ਕਰਣਾ ਨਿਧੀ ਦੇ ਕੋਲ ਗਏ ਕਾਂਗਰਸੀਏ ਸਿਰੇ ਚਾੜ ਲਈ ਚੋਣਾਂ ਦੀ ਗੱਲ ਮੀਆਂ, ਜੈ ਲਲਤਾ ਵੀ ਅੜਨ ਲਈ ਖੜੀ ਅੱਗੇ ਚੱਕਰ ਚੋਣ ਦਾ ਪਿਆ ਹੀ ਚੱਲ ਮੀਆਂ, ਫਿਰਦੇ ਅਜੇ ਇਕੱਲੇ ਨੇ ਭਾਜ ਪਾਈਏ ਕੋਈ ਵੀ ਪੈਂਤੜਾ ਰਹੇ ਨਹੀਂ ਮੱਲ ਮੀਆਂ, ਤਾਮਿਲ ਟੀਮਾਂ ਦੋ ਵੱਡੀਆਂ ਰਾਜ ਅੰਦਰ ਜੁੜਨਾ ਪੈਂਦਾ ਹੀ ਇੱਕ ਦੇ ਨਾਲ ਮੀਆਂ, ਤਾਮਿਲ ਟੀਮਾਂ ਦੋ ਵੱਡੀਆਂ ਰਾਜ ਅੰਦਰ ਜੁੜਨਾ ਪੈਂਦਾ ਹੀ ਇੱਕ ਦੇ ਨਾਲ ਮੀਆਂ, ਧਿਰ ਇੱਕ ਤਾਂ ਗਈ ਹੁਣ ਨਿਕਲ ਹੱਥੋਂ ਦੂਜੀ ਗੱਲਾਂ ਦੇ ਨਾਲ ਰਹੀ ਟਾਲ ਮੀਆਂ। ਥੈਂਕ ਯੂ ਜੀ, ਬਹੁਤ ਧੰਨਵਾਦ ਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਇਸ ਟਾਈਮ ਤੇ ਸਵੇਰ ਨੂੰ ਹੁੰਦੇ ਨੇ ਜੀ 9:30 ਵਜੇ ਮਿੰਟੂ ਗੁਰਸਰੀਆ ਜੀ, ਤੇ ਸ਼ਾਮ ਨੂੰ ਹੁੰਦੇ ਨੇ ਬਲਤੇਜ ਪੰਨੂ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।